ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਅੰਤਰਰਾਸ਼ਟਰੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਸ਼ਦੀਪ ਤੇ ਖਬਰਾਂ ਵੱਲ ਰੁਕ ਕਰਨ ਤੋਂ ਪਹਿਲਾਂ ਇੱਕ ਨਜ਼ਰ ਖਾਸ ਹੈਡਲਾਈਨਸ ਤੇ। ਟਰੰਪ ਸਰਕਾਰ ਨੇ ਨਹੀਂ ਦਿੱਤਾ ਇਰਾਕ ਦੇ ਵਿਦੇਸ਼ ਮੰਤਰੀ ਨੂੰ ਵੀਜ਼ਾ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਲੈਣਾ ਸੀ ਹਿੱਸਾ। ਅਮਰੀਕਾ ਨੇ ਦਿਖਾਈ ਯੁੱਧ ਲਈ ਆਪਣੀ ਤਾਕਤ। ਫੌਜ ਨੇ ਇਕੱਠੇ 50 ਤੋਂ ਵੱਧ ਹਥਿਆਰਬੰਦ ਲਾਈਟਨਿੰਗ ਸੈਕਿੰਡ ਕੀਤੇ ਲਾਂਚ। ਪਾਕਿਸਤਾਨ ਆਰਮੀ ਚੀਫ ਬਾਜਵਾ ਦਾ ਵਧਿਆ ਕਾਰਜਕਾਲ। ਨੈਸ਼ਨਲ ਅਸੈਂਬਲੀ ਵਿੱਚ ਮਤਾ ਪਾਸ। ਇੰਡੋਨੇਸ਼ੀਆ ਵਿੱਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ। ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ਤੇ 6.2 ਗਈ ਮਾਪੀ। ਭਾਰਤੀ ਮੂਲ ਦੀਆਂ ਔਰਤਾਂ ਨਿਊਯਾਰਕ ਵਿੱਚ ਜੱਜ ਨਿਯੁਕਤ। ਅਰਚਨਾ ਰਾਵ ਕ੍ਰਿਮੀਨਲ ਕੋਰਟ ਵਿੱਚ ਜੱਜ ਨਿਯੁਕਤ। ਦੀਪਾ ਸਿਵਲ ਕੋਰਟ ਵਿੱਚ ਹੋਈ ਦੁਬਾਰਾ ਨਿਯੁਕਤ। ਆਸਟ੍ਰੇਲੀਆ ਵਿੱਚ ਲੱਗੀ ਅੱਗ ਕਾਰਨ ਭਾਰੀ ਬਰਬਾਦੀ। ਪੰਜਾਬੀ ਭਾਈਚਾਰਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ। ਤੇ ਹੁਣ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ। ਅਮਰੀਕਾ ਨੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਹਿੱਸਾ ਲੈਣ ਆਉਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨੀਓ ਗੁਤਰੇਸ ਨੂੰ ਫੋਨ ਕਰਕੇ ਦੱਸਿਆ ਕਿ ਅਮਰੀਕਾ ਇਰਾਨ ਦੇ ਵਿਦੇਸ਼ ਮੰਤਰੀ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ। ਵੀਰਵਾਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਜ਼ਰੀਫ ਨੇ ਵਿਸ਼ੇਸ਼ ਵਿਸ਼ਵ ਭਾਈਚਾਰੇ ਨੂੰ ਸੰਬੋਧਨ ਕਰਨਾ ਸੀ ਅਤੇ ਅਮਰੀਕਾ ਤੇ ਇਰਾਨ ਦੇ ਵਿਚਕਾਰ ਤਣਾਅ ਬਹੁਤ ਵੱਧ ਗਿਆ। ਇਰਾਨ ਦੇ ਉੱਚ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਦੋਹਾਂ ਦੇਸ਼ਾਂ ਦੇ ਉੱਚ ਨੇਤਾਵਾਂ ਵੱਲੋਂ ਇੱਕ ਦੂਜੇ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਫਰਾਂਸ, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ ਜਿੱਥੇ ਅਮਰੀਕਾ ਤੇ ਇਰਾਨ ਨੂੰ ਸੰਜਮ ਵਰਤਣ ਦੀ ਅਪੀਲ ਕਰ ਰਹੇ ਨੇ, ਉੱਥੇ ਹੀ ਦੋਵੇਂ ਇੱਕ ਦੂਜੇ ਨੂੰ ਕੌੜੇ ਬੋਲਦੇ ਨਜ਼ਰ ਆ ਰਹੇ ਨੇ। ਤੇ ਅਮਰੀਕਾ ਇਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿੱਚ ਅਮਰੀਕੀ ਹਵਾਈ ਫੌਜ ਨੇ ਇਕੱਠੇ 50 ਤੋਂ ਵੱਧ ਹਥਿਆਰਬੰਦ ਲਾਈਟਨਿੰਗ ਸੈਕਿੰਡ ਲਾਂਚ ਕੀਤੇ ਨੇ। ਅਮਰੀਕਾ ਨੇ ਇਹ ਤਿਆਰੀ ਇਰਾਨ ਤੇ ਪਹਿਲਾਂ ਤੋਂ ਐਲਾਨੇ ਹਮਲੇ ਦੇ ਮੱਦੇਨਜ਼ਰ ਕੀਤੀ ਹੈ। ਅਮਰੀਕਾ ਦੇ ਇਹਨਾਂ ਜਹਾਜ਼ਾਂ ਨੇ ਓਟਾ ਵਿੱਚ ਹਿੱਲ 에ਅਰ ਫੋਰਸ ਬੇਸ ਤੋਂ ਉਡਾਨ ਭਰੀ ਹੈ ਤੇ ਇਹਨਾਂ ਜਹਾਜ਼ਾਂ ਦਾ ਨਾਮ F-35A ਹੈ ਅਤੇ ਕੀਮਤ $4.2 ਬਿਲੀਅਨ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਜਹਾਜ਼ ਇੱਕ ਹੀ ਇਸ਼ਾਰੇ ਤੇ ਇਕੱਠੇ ਉਡਾਨ ਭਰ ਸਕਦੇ ਹਨ ਅਤੇ ਦੁਸ਼ਮਣ ਤੇ ਹਮਲਾ ਕਰ ਸਕਦੇ ਨੇ। $4.2 ਬਿਲੀਅਨ ਦੀ ਕੀਮਤ ਵਾਲੇ 52 F-35A ਜਹਾਜ਼ਾਂ ਨੇ ਓਟਾ ਵਿੱਚ ਹਿੱਲ 에ਅਰ ਫੋਰਸ ਬੇਸ ਤੋਂ ਉਡਾਨ ਭਰੀ ਹੈ। ਅਮਰੀਕਾ ਵਿੱਚ ਐਕਟਿਵ ਡਿਊਟੀ 388ਵੇਂ ਅਤੇ ਰਿਜ਼ਰਵ 419ਵੇਂ ਫਾਇਰ ਵਿੰਗਸ ਵੱਲੋਂ ਕੀਤੇ ਗਏ ਅਭਿਆਸ ਨੇ ਹਵਾਈ ਫੌਜ ਦੀ ਭਾਰੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਈਰਾਨ ਨੂੰ ਚੇਤਾਵਨੀ ਦਿੱਤੀ। 419ਵੇਂ ਫਾਈਟਰ ਵਿੰਗਸ ਨੇ ਅਭਿਆਸ ਦੇ ਬਾਅਦ ਟਵੀਟ ਕੀਤਾ, ਅਸੀਂ ਉਡਾਨ ਭਰਨ, ਲੜਨ ਅਤੇ ਜਿੱਤਣ ਲਈ ਤਿਆਰ ਹਾਂ। ਈਰਾਨ ਦੇ ਵਿਦੇਸ਼ ਮੰਤਰੀ ਐਮ ਜਾਵੇਦ ਜ਼ਰੀਫ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਇਸ ਲਈ ਭਾਰਤ ਤੇ ਇਰਾਨੀ ਵਿਦੇਸ਼ ਮੰਤਰੀ ਐਮ ਜਾਵੇਦ ਜ਼ਰੀਫ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਵਿੱਚ ਹਨ। ਇਹ ਮੇਜ਼ਬਾਨੀ ਅਮਰੀਕਾ ਇਰਾਨ ਸੰਘਰਸ਼ ਦੇ ਪੱਛਮੀ ਏਸ਼ੀਆ ਵਿੱਚ ਆਪਣੀ ਊਰਜਾ ਤੇ ਵਿੱਤੀ ਹਿੱਤਾਂ ਦੀ ਰੱਖਿਆ ਦੇ ਤਹਿਤ ਕੀਤੀ ਜਾ ਰਹੀ ਹੈ। ਜ਼ਰੀਫ ਭਾਰਤ ਦੇ ਪ੍ਰਮੁੱਖ ਵਿਦੇਸ਼ ਨੀਤੀ ਪ੍ਰੋਗਰਾਮ ਰਾਈਜ਼ੀਨਾ ਡਾਇਲੌਗ ਵਿੱਚ ਇੱਕ ਪ੍ਰਮੁੱਖ ਸਪੀਕਰ ਵੀ ਹੋਣਗੇ, ਜੋ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਬਾਅਦ ਕਿਸੇ ਅੰਤਰਰਾਸ਼ਟਰੀ ਮੰਚ ਤੋਂ ਉਹਨਾਂ ਦਾ ਪਹਿਲਾ ਸੰਬੋਧਨ ਹੋ ਸਕਦਾ ਹੈ। ਪਿਛਲੇ ਮਹੀਨੇ ਜ਼ਰੀਫ ਨੇ ਤਹਿਰਾਨ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੇਜ਼ਬਾਨੀ ਕੀਤੀ ਸੀ ਤੇ ਬਾਅਦ ਵਿੱਚ ਮਸਕਟ ਵਿੱਚ ਓਮਾਨ, ਇਰਾਨ, ਭਾਰਤ ਤਿੰਨ-ਪੱਖੀ ਬੈਠਕ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਬੀਤੇ ਐਤਵਾਰ ਰਾਤ ਜੈਸ਼ੰਕਰ ਨੇ ਜ਼ਰੀਫ ਨਾਲ ਖੇਤਰੀ ਸਥਿਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਇੱਕ ਅਮਰੀਕੀ 에ਅਰ ਸਟ੍ਰਾਈਕ ਦੇ ਬਾਅਦ ਸੁਲੇਮਾਨੀ ਨੂੰ ਮਾਰਨ ਦੇ ਬਾਅਦ ਦੋਹਾਂ ਪੱਖਾਂ ਵਿੱਚ ਕੈਬਨਿਟ ਪੱਧਰ ਤੇ ਪਹਿਲਾ ਸੰਪਰਕ ਹੋਇਆ ਸੀ। ਤੇ ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਵਿੱਚ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ। ਸਦਨ ਵਿੱਚ ਜਨਰਲ ਬਾਜਵਾ ਦੇ ਕਾਰਜਕਾਲ ਦੇ ਸੰਬੰਧ ਵਿੱਚ 3 ਬਿੱਲ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਸਦਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 19 ਅਗਸਤ ਨੂੰ
59 ਸਾਲਾ ਬਾਜਵਾ ਦਾ ਕਾਰਜਕਾਲ ਵਧਾ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨਵੰਬਰ ਵਿੱਚ ਸਰਕਾਰੀ ਹੁਕਮ ਨੂੰ ਟਾਲ ਕੇ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਇਮਰਾਨ ਸਰਕਾਰ ਦੇ ਭਰੋਸੇਯੋਗ ਫੌਜ ਮੁਖੀ ਨੂੰ ਸੇਵਾ ਵਿਸਥਾਰ ਦਿੱਤਾ ਗਿਆ, ਉਸ ਵਿੱਚ ਬੇਨਿਯਮੀਆਂ ਹਨ। ਨੈਸ਼ਨਲ ਅਸੈਂਬਲੀ ਵਿੱਚ 3 ਬਿੱਲ ਕੀਤੇ ਗਏ ਸਨ ਪੇਸ਼। ਪਾਕਿਸਤਾਨ ਸੁਪਰੀਮ ਕੋਰਟ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ 6 ਮਹੀਨੇ ਦੇ ਅੰਦਰ ਆਰਮੀ ਚੀਫ ਦੇ ਸੇਵਾ ਵਿਸਥਾਰ ਨਾਲ ਜੁੜਿਆ ਬਿੱਲ ਸੰਸਦ ਵਿੱਚ ਪਾਸ ਕਰਵਾ ਲਵੇਗੀ। ਇਸ ਤੋਂ ਬਾਅਦ 28 ਨਵੰਬਰ ਨੂੰ ਸੁਪਰੀਮ ਕੋਰਟ ਨੇ ਜਨਰਲ ਬਾਜਵਾ ਨੂੰ 6 ਮਹੀਨੇ ਦਾ ਸੇਵਾ ਵਿਸਥਾਰ ਦੇ ਦਿੱਤਾ ਸੀ। तो उधर फैडरल साइंस और टैक्नोलॉजी मंत्री फवाद चौधरी ने आख्या कि सेना नाल जुड़े सोध बिलों नूं लैके विरोधी पार्टियां ने नैशनल असैंबली विच जिम्मेवार रवैया दिखाया। उन्होंने आख्या कि अज सानूं न्यायपालिका और संसद दे समेत सारे कौमी अदारियां दा सत्कार करना पवेगा। 243 के स्पिरिट के खिलाफ है सुप्रीम कोर्ट का, लेकिन बहरहाल जिस तरह से कहते हैं कि सुप्रीम कोर्ट के ज़रूरी नहीं कि तमाम फैसले दुरुस्त हों, लेकिन सुप्रीम कोर्ट के तमाम फैसले हतमी होते हैं। तो चूँकि सुप्रीम कोर्ट का फ़ैसला है, आपने उसका कंप्लायंस करना है, उसको आपने कंप्लाई विद किया है। लेकिन जो ओवरऑल जो हमारा एक जो मतमा नज़र है या जो मैं समझता हूँ कानूनी तौर के ऊपर, वो बहरहाल देखिए जनरल मैकार्थर जो थे वो तो बिल्कुल जंग के दरमियान में उनको अमरीकी सदर ट्रूमैन ने सैक कर दिया था। तो अगर टेन्योर हो तो वो जाके क्या अमरीकी सुप्रीम कोर्ट से जाके स्टे लेके बैठ जाएंगे कि नहीं मैं नहीं जो है वो कमांड करनी है या मुझे जो है वो प्रमोशन दी जाए या लिया जाए। तो ये कुछ इख्तियारात हैं जो मैं समझता हूँ जिस तरह के हमें जजेस के उहदों का एहतराम करना है, पार्लियामेंट का एहतराम करना है, उसी तरीके से आपको वज़ीर-ए-आज़म के ओहदे का भी एहतराम करना है, उनकी भी एग्जीक्यूटिव अथॉरिटी जो है उसका एहतराम करना है। सो आज 3 बजे सेनेट का सेशन है, ये बिल जो है वो सेनेट के सेशन में ट्रांसमिट हो जाएगा। उसके बाद ये सेनेट की कमेटी को जो है वो डिफेंस कमेटी जो सेनेट की है उनको चला जाएगा और कल सेनेट से पास होकर ये फिर एक जो है वो कानून बन जाएगा। उसके बाद जो है वो हमने अगला जो फैसला है वो ये किया है कि नैब लॉ के ऊपर जो एक अपोजिशन के साथ बातचीत है उसका आगाज़ किया जाएगा। कुछ बात कल जो है वो हुई थोड़ी बहुत। अब परवेज़ खट्टक साहब जो हैं और जो स्पीकर असम्बली हैं असद कैसर साहब, उनके साथ एक मुशावरत का अमल मुकम्मल होगा और ये बिल मुकम्मल होने के बाद जो नैब ऑर्डिनेंस है उसके ऊपर फिर हुकूमत और अपोजिशन की मुशावरत होगी और इस तरीके से जो इलेक्शन कमीशन के मेंबरान का और जो चेयरमैन इलेक्शन कमीशन का तकर्रुर है वो होना है। सो ये 3 इम्पॉर्टेंट इश्यूज़ हैं जिसके ऊपर इस वक्त हुकूमत और अपोजिशन के दरमियान एक राब्ता मौजूद है, एक मैकेनिज़्म जो है वो मौजूद है। इसमें पहला जो है वो आर्मी से मुतल्लिक कानून साजी है, इलेक्शन कमीशन से मुतल्लिक कानून साजी है और नैब से मुतल्लिक कानून साजी। ये वज़ीर-ए-आज़म का इनहेरेंट इख्तियार है आर्टिकल 243 में। आर्टिकल 243 में जो प्राइम मिनिस्टर का इख्तियार है कि वो आर्मी चीफ को रख सकते हैं, आर्मी चीफ को हटा सकते हैं या किसी भी फोर्स के टेन्योर के बावजूद। ये बिल्कुल आपकी बात दुरुस्त है, जो आपने सवाल बिल्कुल आपका दुरुस्त है, उसमें बड़ा वज़न है कि देखिए अगर सुप्रीम कोर्ट की तशरीह आइन के बिल्कुल ख़िलाफ़ हो तो फिर उसको क्या कहा जाएगा और उसकी इंटरप्रिटेशन जो है वो कौन करेगा। लेकिन जिस तरह से मैंने आपको अर्ज़ किया कि हमारे आइन में या कहीं भी दुनिया के आइन में जैसे अमेरिकन सुप्रीम कोर्ट के बारे में कहते हैं कि ज़रूरी नहीं कि सुप्रीम कोर्ट हर मामले में सही हो, लेकिन बहरहाल वो फ़ाइनल होती है। सो इसलिए ये जो सुप्रीम कोर्ट की इंटरप्रिटेशन जो है फ़ाइनल है और सुप्रीम कोर्ट की जो इंटरप्रिटेशन है उसके बालातर फिर ज़ाहिर है आइनी तरमीम है, वो पार्लियामेंट जो है वो आइन में तरमीम कर सकती है और उसके ऊपर ज़ाहिर है कोई चैलेंज जो है वो नहीं हो सकता। वज़ीर साइंस एंड टेक्नोलॉजी चौधरी फवाद हुसैन मीडिया से गुफ्तगू कर रहे थे। उनका ये कहना था कि पार्लियामेंट में अपोजिशन ने तहम्मुल और बुर्दबारी का मुजाहरा किया। 3 बजे आज बिल सेनेट में पेश होंगे। नैब ऑर्डिनेंस के ऊपर अपोजिशन से बातचीत का आगाज़ किया जाएगा। इलेक्शन कमिश्नर के लिए हुकूमत और अपोजिशन के दरमियान भी इस नाल रुकने कमर्शियल ब्रेक के लिए तुसीं बन रहो साडे नाल। तो उधर इस्लामाबाद विच डॉक्टर फिरदौस आशिक अवान ने आख्या कि सर्बसम्मति नाल कानून पास होने नाल पाकिस्तान के विरोधियों नूं इह स्पष्ट संदेश दिता गया कि सारियां राजनीतिक पार्टियां कौमी हितां दी रखिया लई एकजुट हन। मैनूं उम्मीद है कि जनता ते राष्ट्रीय हित नाल जुड़े कानून ते भी संसद विच
ਇੱਕੋ ਜਿਹੀ ਭਾਵਨਾ ਵੇਖੀ ਜਾਵੇਗੀ। ਉਹਨਾਂ ਨੇ ਵਿਸ਼ਵਾਸ ਜਤਾਇਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰੇਗਾ। 2020 ਨੂੰ ਉਮੀਦ ਅਤੇ ਵਿਕਾਸ ਦਾ ਸਾਲ ਕਰਾਰ ਦਿੱਤਾ ਕਿਉਂਕਿ ਜਨਤਾ ਨੂੰ ਰਾਹਤ ਮਿਲੇਗੀ ਅਤੇ ਸੁਧਾਰੀ ਆਰਥਿਕਤਾ ਦਾ फल मिलेगा। कि 22 करोड़ आवाम की क़यादत, जब कोई चैलेंज सामने आता है, पाकिस्तान को उनकी यकजहती की ज़रूरत पड़ती है, तो तमाम सियासी जमातें और क़यादत सियासी मफादात से बाहर निकल के कौमी मफाद को तरजीह देती हैं और पार्लियामेंट से इस अमेंडमेंट का, इस कानून का पास होना इस बात की निशानदेही करता है कि हम सियासत के महाज पे, सियासी इश्यूज पे इख्तलाफ राय रखना जमहूरियत का हुस्न है और सियासी जमातें, सियासी हरीफ एक दूसरे पे तनकीद करते रहते हैं और सियासी महाज पे पंजा आजमाई भी करते रहते हैं, लेकिन जब मुल्क की कौमी सलामती की बात आती है, मुल्क के कौमी मफाद के लिए कौम उनकी तरफ देखती है, तो फिर तमाम सियासी जमातें अपने उन सियासी मफादात को पीछे छोड़ते हुए पाकिस्तान के साथ आके खड़ी हो जाती हैं और अपने बयानिए, जो सियासी बयानिए हैं, उनको कुर्बान कर देती हैं, पाकिस्तान के ऊपर निछावर कर देती हैं। तो आज तमाम सियासी जमातों को मैं खराज तहसीन पेश करती हूँ। उनकी क़यादत को ना सिर्फ आज जो उन्होंने रोल प्ले किया, ख़ुसूसन पीपल्स पार्टी ने, उन्होंने जब वो अमेंडमेंट्स जो प्रपोज की हुई थी पाकिस्तान के बेहतरीन कौमी मफाद में, वो विथड्रॉ की और एक यूनानिमस लेजिस्लेशन का आज जो तारीख साज दिन था, उन्होंने अपने काज के साथ, नेशनल काज के साथ खड़े होके हुब्बुल वतनी का सबूत दिया। आज का दिन एक दफ़ा फिर इस बात की तरफ इशारा करता है कि पाकिस्तान के मुखालफीन आंखें खोल के देख लें कि जब कभी इस मुल्क को ज़रूरत पड़ी है तो हमारी सियासी क़यादत जो है वो एक लम्हा ज़ाया किए बगैर अपने मुल्क के मफाद के साथ सीसा पलाई दीवार बन के खड़ी रही है। और इंशाअल्लाह ये जो यकजहती का मुजाहरा आपने देखा, कोई भी ऐसी कानून साजी जिससे पाकिस्तान का और पाकिस्तान के अवाम का मफाद जुड़ा होगा। ਤੇ ਉਧਰ ਹਲੀਮ ਅਦੇਲ ਸ਼ੇਖ ਨੇ ਇੱਕ ਪ੍ਰੈਸ ਵਾਰਤਾ ਵਿੱਚ ਹਿੱਸਾ ਲਿਆ ਤੇ ਇਸ ਦੌਰਾਨ ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦੇਣ ਦੇ ਨਾਲ-ਨਾਲ ਪਾਕਿਸਤਾਨ ਆਰਮੀ ਚੀਫ ਜਨਰਲ ਬਾਜਵਾ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਆਖਿਆ ਕਿ ਸਾਰਿਆਂ ਨੂੰ ਨੈਸ਼ਨਲ ਸੁਰੱਖਿਆ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ, ਅਜਿਹਾ ਹੀ ਅੱਜ ਸਭ ਨੇ ਕਰ ਦਿਖਾਇਆ। बिस्मिल्लाहिर्रहमानिर्रहीम। आप सब साफ़ी भाइयों का बहुत बहुत शुक्रिया। कल से तो फिर मुलाकात होनी है, लेकिन लगता है अभी तो कुछ कम दिन के लिए होगी, क्योंकि माशाल्लाह सभी बाहर घूम रहे हैं, तो इसलिए टेंशन नहीं है कि ज़्यादा लंबा इजलास चलेगा। आपका बहुत शुक्रिया, आप तशरीफ़ लाए। आज मैं इस बड़े अहम दिन के मौके पर पूरी कौम को मुबारकबाद पेश करता हूँ, अफ़वाज पाकिस्तान का मुबारकबाद पेश करता हूँ, अपने कप्तान, पूरी कौम के कप्तान इमरान खान साहब को मुबारकबाद पेश करता हूँ, आर्मी चीफ़ को मुबारकबाद पेश करता हूँ, अपनी अपोजिशन जमातों का जो फेडरल गवर्नमेंट में इस्लामाबाद में जो हमारी अपोजिशन पार्टीज़ हैं पार्लियामेंट में, उनका मैं शुक्रिया अदा करता हूँ कि आज एक जो कंसेंसस डेवलप हुआ, आज जो इस अहम इशू पे, देखिए सियासत हमारी अपनी है, हमारे नज़रियात अपने हैं, हमारे मामलात अपने हैं, हमारे चीज़ों को देखने का मामला अपना है, और अपोजिशन होती तनकीद करने के लिए, तनकीद बराए इस्लाह अपोजिशन का काम होता है। लेकिन जिस अंदाज से
आज बैनुल-अक़वामी सूरत हाल और हमारे पड़ोस में मशरिक़ वस्ता ईरान और दीगर ममालिक में जो सूरत हाल थी उसके अंदर बहुत ही अहम था कि हमारी पूरी कौम अपने सिपा सालार के साथ खड़ी हो। हमारी पार्लियामेंट इस अहम इशू पर, इस अहम मौके पर अपनी हुकूमत के साथ मौजूद हो, अपने वज़ीर आज़म के डिसीजन के साथ खड़ी हो, और हमने सुप्रीम कोर्ट के जो ऑर्डर्स थे उसको भी माना जाए। तो आज एक अहम दिन के तौर पर जिस अंदाज से पीपल्स पार्टी का मैं शुक्रगुजार हूँ कि उन्होंने जो अपनी तरामीम पेश की थी वो भी उन्होंने वापस ले ली, और एक यकजहती का मुजाहरा किया गया कि कौमी सिक्योरिटी पर, नेशनल सिक्योरिटी पर कोई समझौता नहीं, और नेशनल सिक्योरिटी पर हम सब एक हैं। हमारे अंदर के मामला सियासी होते हैं, लेकिन जहाँ दिफाए पाकिस्तान का मामला हो, जहाँ हमारे दिफाई इदारों का मामला हो, जहाँ पाकिस्तान के इस्तेहकाम का मामला हो, तो वहाँ जो बड़ी जमातें थीं वो एक पेज पर थीं। मैं समझता हूँ कि जिन्होंने बाइकआउट किया वो वही साहब थे जो फरमा रहे थे कि दिसंबर में कोई कमिटमेंट हो गया है, दिसंबर में इमरान खान नहीं हो गए, जनवरी आ गया मौलाना साहब, तो शायद दिसंबर में कोई और आपसे वादा किया हो कि कोई हलवे की देग आपको मिलनी हो, कोई और आपके साथ के मामलात हो, शायद वो आपको पहुंच जाए। कोई आप कहते हैं वादा हो गया, कमिटमेंट लेके उठा हूँ, तो कोई देख शेख का कमिटमेंट शायद कहीं से पूरा हो गया हो। लेकिन आज PMLN, पीपल्स पार्टी, तहरीक इंसाफ, सब ने इस अहम तरामीम जो कि कंटिन्यूएशन थी हमारे दिफा की, जिस अंदाज से जनरल बाजवा ने इस सूरत हाल को संभाला था। आप देखिए क्या होता है, इराक में क्या हो रहा है, सीरिया में क्या हुआ, लीबिया में क्या हुआ, मिस्र में क्या हुआ। अगर हमारी अफवाज मजबूत ना होती, और हम समझते थे कि एक साजिश के तहत इंडिया भी हमें कमज़ोर करना चाहता है, इंडिया भी चाहता है कि हमारी अफवाज और कौम का लिंक टूटे आपस में, फ़ौज अलग पेज पे हो, कौम अलग पेज पे हो, फ़ौज अलग पेज पे हो, हुकूमत और अलग पेज पे हो, आर्मी चीफ खुदा न खास्ता अलग पेज पे हो, वज़ीर आज़म अलग पेज पे हो। आर्मी चीफ और वज़ीर आज़म तो एक ही पेज पे हैं, कौम और फ़ौज एक ही पेज पे है। और आज साबित हुआ है कि अपोजिशन ने भी बड़ी जिम्मेदारी का मुजाहरा किया, जिसको हम बहैसियत पाकिस्तान तहरीक इंसाफ हम उसका शुक्रगुजार हैं और उम्मीद रखते हैं। ਤੇ ਇੰਡੋਨੇਸ਼ੀਆ ਦੇ ਇੱਕ ਟਾਪੂ ਦੇ ਦੱਖਣ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭਾਰਤੀ ਸਮੇਂ ਦੇ ਮੁਤਾਬਿਕ ਤਕਰੀਬਨ 11:35 ਤੇ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਸਿਨਾਬਾਂਗ ਸ਼ਹਿਰ ਤੋਂ 16 ਕਿਲੋਮੀਟਰ ਦੱਖਣ ਪੱਛਮ ਵਿੱਚ ਸਤਹ ਤੋਂ 20 ਕਿਲੋਮੀਟਰ ਦੀ ਗਹਿਰਾਈ ਤੇ ਸੀ। ਭੂਚਾਲ ਦੇ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਹੁਣ ਤੱਕ ਕੋਈ ਖਬਰ ਨਹੀਂ ਮਿਲੀ ਹੈ। ਤੇ ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਭਾਰਤੀ ਮੂਲ ਦੀਆਂ 2 ਮਹਿਲਾ ਵਕੀਲਾਂ ਨੂੰ ਅਧਿਕਾਰਿਕ ਤੌਰ ਤੇ ਦੀਵਾਨੀ ਅਦਾਲਤ ਵਿੱਚ ਜੱਜ ਨਿਯੁਕਤ ਕੀਤਾ। ਜੱਜ ਅਰਚਨਾ ਰਾਵ ਨੂੰ ਅਪਰਾਧਿਕ ਅਦਾਲਤ ਵਿੱਚ ਅਤੇ ਜੱਜ ਦੀਪਾ ਅੰਬੇਦਕਰ ਨੂੰ ਦੀਵਾਨੀ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਵ ਨੂੰ ਇਸ ਤੋਂ ਪਹਿਲਾਂ ਜਨਵਰੀ 2019 ਵਿੱਚ ਦੀਵਾਨੀ ਵਿੱਚ ਅੰਤਰਿਮ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਨਿਊਯਾਰਕ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਵਿੱਚ ਉਹ 17 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਅੰਬੇਦਕਰ ਨੂੰ ਮਈ 2018 ਵਿੱਚ ਦੀਵਾਨੀ ਅਦਾਲਤ ਵਿੱਚ ਅੰਤਰਿਮ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਮੇਅਰ ਨੇ ਪਰਿਵਾਰ ਅਦਾਲਤ, ਅਪਰਾਧਿਕ ਦੀਵਾਨੀ ਅਦਾਲਤ ਵਿੱਚ 28 ਨਿਯੁਕਤੀਆਂ ਕੀਤੀਆਂ ਨੇ। ਤਾਂ ਆਸਟ੍ਰੇਲੀਆ ਦੇ ਜੰਗਲ ਵਿੱਚ ਅੱਗ ਕਾਰਨ ਕਾਫੀ ਬਰਬਾਦੀ ਹੋਈ ਹੈ ਤੇ ਹਰ ਪਾਸੇ ਧੂਆਂ ਛਾਇਆ ਹੋਇਆ ਹੈ ਤੇ ਹੁਣ ਇਹ ਧੂਆਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਇਸ ਬਰਬਾਦੀ ਤੋਂ ਬਾਅਦ ਹਰਜਿੰਦਰ ਜੀ ਦੇਖਿਆ ਗਿਆ ਹੈ ਕਿ ਕੋਈ ਵੀ ਜਦੋਂ ਥੋੜੀ ਜਿਹੀ ਵੀ ਲੋੜ ਪੈਂਦੀ ਹੈ ਤੇ ਆਪਣੀ ਇੰਡੀਅਨ ਕਮਿਊਨਿਟੀ ਬੜੀ ਅੱਗੇ ਆ ਜਾਂਦੀ। ਬੜਾ ਅੱਛਾ ਲੱਗ ਰਿਹਾ ਕਿ ਜਦੋਂ ਇੱਥੇ ਸਾਰੇ ਆਜ਼ੀਜ਼ ਹੈਲਪ ਕਰ ਰਹੇ ਨੇ, ਆਪਣੀ ਇੰਡੀਅਨ ਕਮਿਊਨਿਟੀ ਵੀ ਪਿੱਛੇ ਨਹੀਂ ਰਹੀ ਹੈ। ਤੇ ਕੁਝ ਕਹਿਣਾ ਚਾਹੋਗੇ ਕਮਿਊਨਿਟੀ ਨੂੰ ਜਾਂ ਫਾਇਰ ਦੇ ਬਾਰੇ? ਜੀ ਇੱਥੇ ਆ ਕੇ ਆਪਾਂ ਦੇਖਿਆ ਕਿ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਕਾਫੀ ਡਿਫਰੈਂਟ ਕਮਿਊਨਿਟੀ ਦੇ ਬੰਦੇ ਇੱਥੇ ਆਏ ਹੋਏ ਨੇ, ਜਿਹੜੇ ਲੋਕੀ ਫਾਇਰ 'ਚ ਪ੍ਰੋਬਲਮ ਹੈਗੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ। ਤੇ ਅਸੀਂ ਚਾਹੁੰਦੇ ਹਾਂ, ਪਰਮਾਤਮਾ ਅੱਗੋਂ ਅਰਦਾਸ ਕਰਦੇ ਹਾਂ ਕਿ ਇਹ ਫਾਇਰ ਜਲਦੀ ਤੋਂ ਜਲਦੀ ਕੰਟਰੋਲ ਹੋ ਜਾਏ ਤਾਂ ਕਿ ਲੋਕ ਆਪਣੀ ਹੋਮ ਪਲੇਸ ਵਾਪਸ ਜਾ ਸਕਣ। ਤੇ ਪਰਮਾਤਮਾ ਨੇ ਸਾਡੇ ਵੱਲੋਂ ਵੀ ਇਹ ਸੇਵਾ ਲਿੱਤੀ ਹੈਗੀ ਹੈ ਤੇ ਅਸੀਂ ਵੀ ਸੇਵਾ ਕਰਦੇ ਹਾਂ ਪਾਣੀ। ਦੇਖੋ ਜੀ, ਸਾਡੀ ਜਿਹੜੇ ਖਾਲਸਾ ਪੰਥ ਹੈਗਾ ਇਹ ਸੇਵਾ ਕਰਕੇ ਬਣਿਆ ਹੈ। ਜਿੱਥੇ ਮੁਸੀਬਤ ਪੜੇਗੀ ਅਸੀਂ ਅੱਗੇ ਹੋ ਕੇ ਸੇਵਾ ਕਰਾਂਗੇ।
वाहिगुरू की अरदास है कि आग जल्दी जल्दी बुझे और शांति। ਇਸ ਨਾਲ ਦੀਆਂ ਖਬਰਾਂ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਫਿਰ ਤੋਂ ਹੈਡਲਾਈਨਸ ਤੇ। ਟਰੰਪ ਸਰਕਾਰ ਨੇ ਨਹੀਂ ਦਿੱਤਾ ਇਰਾਕ ਦੇ ਵਿਦੇਸ਼ ਮੰਤਰੀ ਨੂੰ ਵੀਜ਼ਾ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਵਿੱਚ ਲੈਣਾ ਸੀ ਹਿੱਸਾ। ਅਮਰੀਕਾ ਨੇ ਦਿਖਾਈ ਯੁੱਧ ਲਈ ਆਪਣੀ ਤਾਕਤ। ਫੌਜ ਨੇ ਇਕੱਠੇ 50 ਤੋਂ ਵੱਧ ਹਥਿਆਰਬੰਦ ਲਾਈਟਨਿੰਗ ਸੈਕਿੰਡ ਕੀਤੇ ਲਾਂਚ। ਪਾਕਿਸਤਾਨ ਆਰਮੀ ਚੀਫ ਬਾਜਵਾ ਦਾ ਵਧਿਆ ਕਾਰਜਕਾਲ। ਨੈਸ਼ਨਲ ਅਸੈਂਬਲੀ ਵਿੱਚ ਮਤਾ ਪਾਸ। ਇੰਡੋਨੇਸ਼ੀਆ ਵਿੱਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ। ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ਤੇ 6.2 ਗਈ ਮਾਪੀ। ਭਾਰਤੀ ਮੂਲ ਦੀਆਂ ਔਰਤਾਂ ਨਿਊਯਾਰਕ ਵਿੱਚ ਜੱਜ ਨਿਯੁਕਤ। ਅਰਚਨਾ ਰਾਵ ਕ੍ਰਿਮੀਨਲ ਕੋਰਟ ਵਿੱਚ ਜੱਜ ਨਿਯੁਕਤ। ਦੀਪਾ ਸਿਵਲ ਕੋਰਟ ਵਿੱਚ ਹੋਈ ਦੁਬਾਰਾ ਨਿਯੁਕਤ। ਆਸਟ੍ਰੇਲੀਆ ਵਿੱਚ ਲੱਗੀ ਅੱਗ ਕਾਰਨ ਭਾਰੀ ਬਰਬਾਦੀ। ਪੰਜਾਬੀ ਭਾਈਚਾਰਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।